ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਨ ਸੋ ਕੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਤਿਤੁ ਕੇ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨ ਸੈ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ ਸੁਣ ਪੰਡਿਤ ਕਰਮਾਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਸੁਣ ਪੰਡਿਤ ਕਰਮਾਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹਲਾ ਪਹਿਲਾ ਤਿਤੁ ਕੇ
ਆਸਾ ਮਨਸਾ ਬੰਧਨੇ ਭਾਏ, ਕਰਮ ਧਰਮ ਬੰਧ ਕਾਰੇ। ਸੋਠ ਰਾਗ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਅੰਗ ਨੰਬਰ 635 ਅਤੇ 636 ਦੇ ਉੱਤੇ ਸਭਾਇਮਾਨ ਹੈ। ਤਿਤੁਕੇ ਦਾ ਭਾਵ ਹੈ ਕਿ ਤਿੰਨ ਤਿੰਨ ਤੁਕਾਂ ਵਾਲੇ ਇਹ ਪਦੇ ਨੇ, ਔਰ ਕਿਉਂਕਿ ਸ਼ਬਦ ਲੰਬੇਰਾ ਹੈ ਇਸ ਕਰਕੇ ਸਾਰੇ ਸ਼ਬਦ ਦਾ ਪਾਠ ਨਹੀਂ ਕੀਤਾ ਕਿ ਨਾਲ ਦੇ ਨਾਲ ਅੱਖਰੀ ਅਰਥ ਕਰਾਂਗੇ, ਪਾਠ ਕਰਾਂਗੇ। ਔਰ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਰਾਹੀਂ ਅਸਲ ਵਿੱਚ ਜੋ ਸਾਨੂੰ ਸਮਝਾਇਆ ਹੈ, ਸ਼ਬਦ ਦਾ ਕੇਂਦਰੀ ਭਾਵ ਰਹਾਉ ਦੀਆਂ ਪੰਕਤੀਆਂ ਨੇ। ਔਰ ਇਹਨਾਂ ਪੰਕਤੀਆਂ ਵਿੱਚ ਸਤਿਗੁਰੂ ਜੀ ਇੱਕ ਵਿਦਵਾਨ, ਇੱਕ ਪੜ੍ਹੇ ਲਿਖੇ ਪੰਡਤ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਸੁਣ ਪੰਡਿਤ ਕਰਮਾਕਾਰੀ। ਪੰਡਤ ਬੇਨਤੀ ਕੀਤੀ ਕਿ ਜਿਹੜਾ ਪੜ੍ਹਿਆ ਲਿਖਿਆ ਧਾਰਮਿਕ ਪੜ੍ਹਾਈ ਜਿਹਨੇ ਕੀਤੀ ਕਿਸੇ ਵੀ ਤਰ੍ਹਾਂ ਦੀ, ਉਹਨੂੰ ਪੰਡਿਤ ਵਿਦਵਾਨ ਕਿਹਾ ਗਿਆ ਕਿ ਇਹ ਪੜ੍ਹੇ ਲਿਖੇ ਪੰਡਿਤ, ਇਹ ਵਿਦਵਾਨ, ਤੂੰ ਕਰਮਾਕਾਰੀ ਬਣ ਗਿਆ ਹੈ, ਕਰਮ ਕਾਂਡਾਂ ਦੇ ਵਿੱਚ ਫਸ ਗਿਆ ਹੈ। ਸੁਣ ਪੰਡਿਤ ਕਰਮਾਕਾਰੀ, ਜਿਤ ਕਰਮ ਸੁਖ ਉਪਜੈ ਪਾਏ, ਸੋ ਆਤਮ ਤਤ ਵਿਚਾਰੀ। ਭਾਈ ਇਹ ਜਿਹੜਾ ਆਤਮਿਕ ਸੁੱਖ ਹੈ, ਸਦੇਵੀ ਸੁੱਖ ਹੈ, ਇਹਨਾਂ ਕਰਮ ਕਾਂਡਾਂ ਦੇ ਵਿੱਚੋਂ ਨਹੀਂ ਮਿਲਦਾ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹਦੇ ਵਿੱਚੋਂ ਸਦੇਵੀ ਸੁੱਖ ਉਪਜਦਾ ਹੈ, ਪੈਦਾ ਹੁੰਦਾ ਹੈ, ਉਹ ਕੇਵਲ ਤੇ ਕੇਵਲ ਸੋ ਆਤਮ ਤਤ ਵਿਚਾਰੀ, ਆਪਣੇ ਆਤਮੇ ਦੇ ਵਿਚਾਰ ਹੀ ਹੈ ਜਿੱਥੋਂ ਸਦੇਵੀ ਸੁੱਖ ਮਿਲਦਾ ਹੈ। ਆਪਣੇ ਆਪ ਨੂੰ ਵਿਚਾਰ, ਆਪਣੇ ਤੱਤ ਦੀ ਵਿਚਾਰ ਕਰ, ਆਪਣੇ ਆਤਮ ਦੀ ਵਿਚਾਰ ਕਰ। ਜਿਹਨੂੰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਦੂਜਿਆਂ ਨੂੰ ਸਿੱਖ ਦੇਣ ਤੋਂ ਪਹਿਲੋਂ, ਦੂਜਿਆਂ ਨੂੰ ਸਮਝਾਉਣ ਤੋਂ ਪਹਿਲੋਂ ਆਪਣੇ ਆਪ ਦੀ ਵਿਚਾਰ ਕਰ, ਮੈਂ ਕੌਣ ਹਾਂ। ਦੂਜਿਆਂ ਨੂੰ ਸਿੱਖਿਆ ਦੇਣ ਦੇ ਬਜਾਏ ਪਹਿਲੋਂ ਆਪਣੇ ਮਨ ਨੂੰ ਸਮਝਾ, ਆਪਣੇ ਆਪ ਨੂੰ ਸਮਝਾ। ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਅਸੀਂ ਸ਼ਬਦ ਵਰਤਨੇ ਦਾ ਉਪਦੇਸ਼ ਸਾਡੇ ਲਈ ਹੈ, ਪਰ ਸਤਿਗੁਰੂ ਜੀ ਨੇ ਜਿੰਨੇ ਬਾਣੀ ਉਚਾਰਨ ਕੀਤੀ, ਸੰਬੋਧਨ ਕਰਕੇ ਬਹੁਤ ਘੱਟ ਸ਼ਬਦ ਨੇ ਜਿਹੜਾ ਸੰਬੋਧਨ ਕਰਕੇ ਗੁਰੂ ਸਾਹਿਬ ਜੀ ਨੇ ਵਰਤੀ। ਕਿ ਸਾਹਮਣੇ ਵਾਲੇ ਨੂੰ ਜਿੱਥੇ ਭਾਈ ਮਰਦਾਨਾ ਜੀ ਨੂੰ ਸੰਬੋਧਨ ਕੀਤਾ, ਸਿੱਖਾਂ ਨੂੰ ਸੰਬੋਧਨ ਕੀਤਾ, ਆਵਾਜ਼ ਮਾਰ ਕੇ ਕਿਹਾ ਕਿ ਕਹਿ ਨਾਨਕ ਸੁਣੋ ਜਨੋ, ਇਹ ਸੰਬੋਧਨ ਕਰਕੇ ਹੈ। ਪਰ ਗੁਰੂ ਸਾਹਿਬ ਜੀ ਨੇ ਬਹੁਤਾਤ ਬਾਣੀ ਜਿਹੜੀ ਸਾਰੀ ਆਪਣੇ ਹੀ ਮਨ ਨੂੰ ਸੰਬੋਧਨ ਕੀਤੀ। ਔਰ ਇਹ ਸਾਰੀ ਬਾਣੀ ਹੈ ਹੀ ਇਸ ਕਰਕੇ ਕਿ ਆਪਣੇ ਮਨ ਨੂੰ ਸਮਝਾ ਸਕੇ। ਜੇ ਸਮਝ ਆਵੇ, ਜੇ ਕਿਤੇ ਸਮਝ ਸਕੀਏ, ਤੇ ਫਿਰ ਅਗਲੇ ਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ, ਭਾਈ ਹੁਣ ਜੇ ਤੈਨੂੰ ਸਮਝ ਲੱਗ ਗਈ, ਆਪ ਜਪੋ, ਅਵਰਾ ਨਾਮ ਜਪਾ। ਪਹਿਲੇ ਮਨ ਪਰ ਬੁੱਧ ਹੈ ਆਪਣਾ, ਪਾਛੈ ਅਵਰ ਰਜਾਵ। ਪਹਿਲੋਂ ਆਪਣੇ ਮਨ ਨੂੰ ਤੇ ਸਮਝਾ, ਆਪਣਾ ਸਮਝੇਗਾ ਤਾਂ ਦੂਸਰੇ ਵੀ ਜ਼ਰੂਰ ਸਮਝਣਗੇ। ਹੁਣ ਗੁਰੂ ਸਾਹਿਬ ਨੇ ਇੱਥੇ ਜਿਹੜੀ ਕਿਰਪਾ ਕੀਤੀ ਸਮਝਾਉਂਦਿਆਂ ਹੋਇਆ ਕਿ ਆਤਮ ਦੇ ਤੱਤ ਵਿੱਚ ਚਤ ਦੀ ਵਿਚਾਰ ਕਰ। ਤੇ ਇਹ ਜਿਹੜੇ ਧਰਮ ਦੇ ਕੀਤੇ ਹੋਏ ਕਰਮ ਨੇ, ਇਹ ਬੰਧਨ ਕਿਵੇਂ ਬਣ ਗਏ? ਪਹਿਲੀਆਂ ਪੰਕਤੀ 'ਚ ਕਿਰਪਾ ਕਰਦੇ ਨੇ, ਆਸਾ ਮਨਸਾ ਬੰਧਨੇ ਭਾਈ, ਕਰਮ ਧਰਮ ਬੰਧਕਾਰੀ। ਆਸਾ ਆਪ ਜੀ ਜਾਣਦੇ ਹੋ, ਆਸਾਵਾ, ਕਿਸੇ ਵੀ ਤਰ੍ਹਾਂ ਦੀ ਆਸ। ਇੱਕ ਆਸਾ ਹੈ ਤੇ ਇੱਕ ਮਨਸਾ ਹੈ। ਹੁਣ ਇਹਨੂੰ ਸੌਖਾ ਜਿਹਾ ਸਮਝੀਏ, ਆਸ ਬੰਦਾ ਕੋਈ ਵੀ ਲਾਉਂਦਾ ਕਿਸੇ ਵੀ ਤਰ੍ਹਾਂ ਦਾ। ਮੰਨ ਲਓ ਆਸ ਲਾਈ ਕਿ ਰੁਪਈਆ ਲੱਖ ਮਿਲੇਗਾ, ਇੱਕ ਆਸ ਹੈ। ਫਿਰ ਅੱਗੋਂ ਜਿਹੜੀ ਮਨਸਾ ਉਹਦੇ ਵਿੱਚੋਂ ਫੁਰਨੇ ਨੇ ਕਿ ਲੱਖ ਆ ਜਾਏਗਾ, ਫਿਰ ਇਹ ਕਰ ਲਾਂਗੇ, ਇਹ ਕਰ ਲਾਂਗੇ, ਇਹਦੇ ਨਾਲ ਉਹ ਵੀ ਹੋ ਜਾਏਗਾ। ਆਸਾ ਤੇ ਮਨਸਾ, ਇੱਕ ਆਸ ਤੇ ਫਿਰ ਉਹਦੇ ਅੱਗੇ ਫੁਰਨੇ। ਹੁਣ ਕਹਿੰਦੇ ਨੇ ਇਹ ਜਿਹੜੀਆਂ ਆਸਾਂ ਧਰਮ ਦੇ ਕਰਮ ਕਰਕੇ ਤੂੰ ਲਾਈਆਂ ਨੇ, ਜਿਹੜੇ ਫੁਰਨੇ ਤੂੰ ਬਣਾ ਰਿਹਾ ਹੈ, ਅਸਲ ਵਿੱਚ ਇਹ ਤੇਰੀ
ਕੀਤੇ ਹੋਏ ਧਰਮ ਦੇ ਕਰਮ ਜਿਹੜੇ ਨੇ ਇਹਨੂੰ ਛਡਾਉਣਾ ਨਹੀਂ, ਸਗੋਂ ਤੇਰੇ ਜੀਵਨ ਦੇ ਬੰਧਨ ਬਣ ਜਾਣਗੇ। ਇਹਨਾਂ ਤੇ ਬੰਨ ਲੈਣਾ, ਇਹ ਤੇ ਬੰਧਨ ਬਣ ਗਏ। ਆਸਾ ਮਨਸਾ ਬੰਧਨੇ ਭਾਈ, ਤੇ ਕਿਹੜੇ ਬੰਧਨ ਬਣੇ? ਕਹਿੰਦੇ ਕਰਮ ਧਰਮ ਬੰਧਕਾਰੀ, ਔਰ ਕਰਮ ਵੀ ਧਰਮ ਦੇ ਨਾਂ ਤੇ। ਦੇਖੋ ਕਰਮ ਤੇ ਬੰਦਾ ਕਰਦਾ ਹੀ, ਚਾਹੇ ਮਾੜੇ ਕਰੇ ਚੰਗੇ ਕਰੇ। ਕਰਮ ਦਾ ਆਖਰੀ ਅਰਥ ਹੈ ਕੰਮ, ਉਹ ਕੰਮ ਚੰਗੇ ਹੋਣ ਜਾਂ ਮੰਦੇ ਹੋਣ ਕਰਦਾ ਹਰ ਕੋਈ ਹੈ। ਤੇ ਇੱਥੇ ਕਰਮ ਵੀ ਜਿਹੜੇ ਧਰਮ ਦੇ ਨਾਂ ਤੇ, ਧਰਮ ਦੇ ਨਾਂ ਤੇ ਕੀਤੇ ਹੋਏ ਕਰਮ ਹੀ ਬੰਧਨ ਬਣ ਗਏ। ਹੁਣ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਸਮਝਾਇਆ, ਬੇਨਤੀ ਉਦਾਹਰਨਾਂ ਦਿੱਤੀਆਂ ਨੇ। ਧਰਮ ਦੇ ਨਾਂ ਤੇ ਫਿਰ ਕਰਮ ਕਰਨੇ ਨਹੀਂ ਚਾਹੀਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪਾਵਨ ਬਚਨ ਹੈ। ਉਹ ਕਹਿੰਦੇ ਤੀਰਥ ਵਰਤ ਅਰਦਾਨ ਕਰ, ਇਹ ਸਾਰੇ ਧਰਮ ਦੇ ਕਰਮ ਨੇ। ਬੇਸ਼ੱਕ ਕਰ ਜ਼ਰੂਰ ਹੈ, ਪਰ ਕਹਿੰਦੇ ਜੇ ਮਨ ਦੇ ਵਿੱਚ ਇੱਕ ਮਾਣ ਤੇ ਇੱਕ ਹੰਕਾਰ ਲੈ ਕੇ ਕਰੇਂਗੇ, ਮੈਂ ਇੰਨੇ ਅਖੰਡ ਪਾਠ ਕਰਵਾਏ, ਇੰਨੇ ਤੀਰਥ ਯਾਤਰਾ ਤੇ ਜਾਇਆ, ਇੰਨੀ ਵਾਰੀ ਇਸ਼ਨਾਨ ਕੀਤਾ, ਇੰਨੇ ਸਾਲਾਂ ਤੋਂ ਮੈਂ ਨਿਤਨੇਮ ਨਹੀਂ ਟੁੱਟਣ ਦਿੱਤਾ, ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਇਹ ਧਰਮ ਦੇ ਕਰਮ ਤੇਰੇ ਲਈ ਬੰਧਨ ਬਣ ਜਾਣਗੇ। ਹੈ ਤੇ ਧਰਮ ਦੇ ਕਰਮ ਮਾੜੇ ਤੇ ਨਹੀਂ ਨਾ ਜੀ। ਉੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫੁਲ ਜਾਤ ਤੇ ਜੋ ਕੁੰਚਰ ਇਸ਼ਨਾਨ। ਇਹ ਸਾਰੇ ਧਰਮ ਦੇ ਨਾਂ ਤੇ ਕੀਤੇ ਹੋਏ ਕਰਮ ਬਿਲਕੁਲ ਇਸ ਤਰ੍ਹਾਂ ਵਿਅਰਥ ਚਲੇ ਜਾਣੇ ਨੇ, ਜਿਵੇਂ ਹਾਥੀ ਨੂੰ ਕੋਈ ਇਸ਼ਨਾਨ ਕਰਵਾਓ। ਉਰੇ ਆਪ ਸਭ ਜਾਣਦੇ, ਹਾਥੀ ਨੂੰ ਜਿੰਨਾ ਮਰਜ਼ੀ ਨਵਾਈ ਜਾਓ, ਪਾਣੀ ਤੋਂ ਬਾਹਰ ਹੁੰਦਿਆਂ ਨਾਲ ਮਿੱਟੀ ਕੱਟਾ ਚਿੱਕੜ ਜੋ ਕੁਛ ਹੁੰਦੇ ਸੁੰਡ ਜਾਵੇ ਚੁੱਕ ਉੱਤੇ ਮਾਰਨਾ ਹੈ ਕਿ ਨਵਾਈ ਚੱਲੋ। ਕਿ ਜੇ ਤੁਸੀਂ ਨਵਾ ਕੇ ਸਾਫ਼ ਕਰ ਲੈ ਤੇ ਮੈਨੂੰ ਹਾਥੀ ਕਹਿਣਾ ਕਿੰਨੇ ਹੈ? ਉਹਨੇ ਖੇ ਉੱਤੇ ਹੀ ਪਾ ਲੈਣੀ ਹੈ। ਇਹ ਧਰਮ ਦੇ ਕਰਮ ਕਰਕੇ ਜੇ ਇਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਲਾਲਚ ਹੈ ਤਾਂ ਉਸ ਹਾਥੀ ਦੀ ਤਰ੍ਹਾਂ ਸਿਰ 'ਚ ਸਵਾਹ ਪਾਉਣ ਵਾਲੇ ਕੰਮ ਹੈ। ਹੁਣ ਗੁਰੂ ਸਾਹਿਬ ਜੀ ਨੇ ਉੱਤੇ ਕਿਰਪਾ ਕੀਤੀ, ਕਰਮ ਤੇ ਧਰਮ ਦੇ ਕਰਨੇ ਚਾਹੀਦੇ ਨੇ, ਪਰ ਕਰਮ ਬੰਦਾ ਜਿਹੜੇ ਵੀ ਕਰਦਾ ਹੈ ਉਹ ਭਾਵੇਂ ਮਾੜੇ ਹੋਣ ਤੇ ਭਾਵੇਂ ਚੰਗੇ ਹੋਣ, ਸਤਿਗੁਰੂ ਜੀ ਦਾ ਪਾਵਨ ਹੁਕਮ ਹੈ ਕਿ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਨੇ, ਔਰ ਸਾਰੇ ਕਰਮ ਜਿਵੇਂ ਦੇ ਵੀ ਭਾਵੇਂ ਚੰਗੇ ਨੇ ਭਾਵੇਂ ਮੰਦੇ ਨੇ, ਇਹਨਾਂ ਦੇ ਅਧੀਨ ਹੋ ਕੇ ਕਰਦਾ ਹੈ। ਹੁਣ ਅਸੀਂ ਕਹਾਂਗੇ ਕਿ ਧਰਮ ਦੇ ਕਰਮ ਦੇ ਅਧੀਨ ਹੋ ਕੇ ਕਿਵੇਂ ਕੀਤੇ ਜਾ ਸਕਦੇ ਨੇ? ਧਰਮ ਦੇ ਕਰਮ ਕੀਤੇ, ਮਨ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਅਰਦਾਸ ਕਰ ਲਈ, ਜਿਹਨੂੰ ਲੋਕ ਸੁਖਣਾ ਸ਼ਬਦ ਵਰਤ ਦਿੰਦੇ ਨੇ। ਉਹ ਸੁਖਣਾ ਕੀ ਹੈ ਜੀ? ਲੋਭ ਹੈ ਨਾ, ਲਾਲਚ ਹੈ ਕਿ ਇਹ ਕਰਮ ਕਰਾਂਗਾ ਮੇਰਾ ਇਹ ਕੰਮ ਹੋ ਜੇ, ਹੈ ਤੇ ਉਹ ਇਹਨਾਂ ਪੰਜਾਂ ਦੇ ਵਸ ਵਿੱਚ ਹੀ ਕੀਤਾ ਨਾ ਹੋਵੇ, ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਪਾਪ ਕਰੇ ਪੰਚਾਂ ਕੇ ਵਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਕਿ ਪੰਜਾਂ ਦੇ ਵਸ ਵਿੱਚ ਪੈ ਕੇ ਇਹ ਪਾਪ ਜਾਂ ਪੁੰਨ ਜੋ ਵੀ ਕਰਦਾ ਫਿਰ ਇੱਕ ਭਰਮ ਪਾਲ ਕੇ ਬੈਠਦਾ ਕਿ ਤੀਰਥਾਂ ਦੇ ਵਿੱਚ ਜਾ ਕੇ ਮੈਂ ਡੁੱਬੀ ਨਹਾਇਆ ਤੇ ਹੁਣ ਮੇਰੇ ਕੀਤੇ ਹੋਏ ਸਾਰੇ ਜਿਹੜੇ ਉਹ ਪਾਪ ਕਰਮ ਉਤਰ ਗਏ ਨੇ। ਔਰ ਸਤਿਗੁਰੂ ਜੀ ਕਹਿੰਦੇ ਨੇ ਫਿਰ ਨਿਸ਼ਾਨ ਹੋ ਕੇ ਹੋਰ ਵੀ ਕਰਦਾ ਹੈ। ਔਰ ਗੁਰੂ ਸਾਹਿਬ ਦਾ ਪਾਵਨ ਬਚਨ ਹੈ ਕਿ ਇੱਕ ਭਾ ਲੱਥੇ ਨਹਾਤੇ ਇਸ, ਦੋਏ ਭਾ ਚੜੀ ਇਸ ਹੋਰ। ਪਤਾ ਨਹੀਂ ਕੋਈ ਇੱਕ ਨਹਾ ਕੇ ਲੈਂਦਾ ਕਿ ਨਹੀਂ ਲੈਂਦਾ, ਪਰ ਦੂਜਾ ਚੜ੍ਹਦਾ ਜ਼ਰੂਰ ਹੈ। ਉਹ ਮੈਂ ਵਾਲਾ ਕਿ ਦੇਖੋ ਮੈਂ ਤੇ ਅਖੰਡ ਪਾਠ ਕਰਵਾਇਆ, ਮੈਂ ਤੇ ਤੀਰਥ ਤੇ ਜਾ ਕੇ ਆਇਆ, ਮੈਂ ਤੇ ਯਾਤਰਾ ਕਰਕੇ ਆਇਆ। ਉਹ ਮੈਂ ਵਾਲਾ ਹੁਮੇ ਵਾਲਾ ਦੂਸਰਾ ਚੜ੍ਹਦਾ ਜ਼ਰੂਰ ਹੈ। ਹੁਣ ਇਹ ਧਰਮ ਦੇ ਕਰਮ ਨੇ ਜਿਹੜੇ ਇਹ ਸਤਿਗੁਰੂ ਕਹਿੰਦੇ ਨੇ ਬੰਧਨ ਬਣ ਜਾਂਦੇ ਨੇ। ਆਸਾ ਮਨਸਾ ਬੰਧਨੇ ਭਾਈ, ਤੇ ਕਿਹੜੇ ਕਰਮ ਧਰਮ ਬੰਧਕਾਰੀ। ਦੇਖੋ ਜਿੱਥੇ ਗੁਰੂ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਹਰ ਥਾਂ ਤੇ ਸਮਝਾਉਂਦੇ ਨੇ, ਉੱਥੇ ਇਤਿਹਾਸ ਦੇ ਵਿੱਚੋਂ ਬਹੁਤ ਸਾਰੀਆਂ ਸਾਖੀਆਂ ਮਿਲਦੀਆਂ ਨੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਜਦੋਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਨੇ, ਸਿੱਖ ਸੰਗਤਾਂ ਹੁੰਦੀਆਂ ਨੇ, ਸਾਰੇ ਪਾਸੇ ਆਨੰਦ ਹੀ ਆਨੰਦ ਹੈ। ਤੇ ਇਵੇਂ ਧਰਮ ਦੇ ਕਰਮ ਕਰਨ ਵਾਲੇ ਲੋਕ ਬਹੁਤੇ ਹੁੰਦੇ ਸਨ। ਇਹ ਕਹਿ ਨਹੀਂ ਕਿ ਹੁੰਦੇ ਧਰਮ ਦੇ ਕਰਮ ਕਰਨ ਵਾਲੇ ਸਨ।
ਤੇ ਉਹਨਾਂ ਵਿੱਚ ਮੇਰੇ ਵਰਗੇ ਵੀ ਸਨ ਕਿ ਜਿਨ੍ਹਾਂ ਨੇ ਚੋਲਾ ਧਰਮ ਦਾ ਪਾਇਆ ਹੈ। ਉਹ ਆਪਣੇ ਆਪ ਦੇ ਵਿੱਚ ਉੱਤੋਂ ਹੈ ਵੀ ਧਰਮੀ, ਕੰਮ ਵੀ ਧਰਮ ਦੇ ਕਰਦੇ ਨੇ, ਪਰ ਅੰਦਰੋਂ ਕਿਸੇ ਨਾ ਕਿਸੇ ਤਰ੍ਹਾਂ ਉਹ ਬੰਧਨ ਬਣ ਗਏ ਉਹ ਧਰਮ ਦੇ ਕਰਮ ਹੀ। ਹੁਣ ਲਾਲਚ ਕਿਸੇ ਵੀ ਤਰ੍ਹਾਂ ਦਾ ਹੋਵੇ, ਉਹ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਇਸ ਲਈ ਜੋ ਕੀਰਤਨ ਕਰਨਾ ਜਾਣਦੇ ਸਨ, ਉਹਨਾਂ ਦੇ ਅੰਦਰ ਪੈਸੇ ਦਾ ਭਾਵੇਂ ਲਾਲਚ ਨਹੀਂ ਸੀ, ਕੀਰਤਨ ਕਰਾਂਗੇ ਤੇ ਪੈਸੇ ਮਿਲਣਗੇ, ਪਰ ਕੋਈ ਨਾ ਕੋਈ ਲਾਲਚ ਤੇ ਸੀ ਕਿ ਲੋਕ ਚੰਗਾ ਕਹਿਣਗੇ ਕਿ ਐਡਾ ਚੰਗਾ ਕੀਰਤਨੀਆ, ਐਡਾ ਚੰਗਾ ਸੁਭਾਅ। ਹੁਣ ਅੰਦਰ ਲਾਲਚ ਐਵੇਂ ਦਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਇਆ, ਕਈ ਦਿਨ ਰਿਹਾ, ਔਰ ਨਾਲ 4-5 ਜਣੇ ਹੋਰ ਵੀ। ਜਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਣ, ਜਦੋਂ ਗੁਰੂ ਸਾਹਿਬ ਦੇ ਕਿਤੇ ਬਚਨ ਬਲਾਸ ਨਾਲ ਹੋਣ ਤੇ ਕਹਿਣ ਸਤਿਗੁਰੂ ਜੀ ਇੱਥੇ ਆ ਕੇ ਆਨੰਦ ਹੀ ਬੜਾ ਆਇਆ, ਹੁਣ ਚਿੱਤ ਨਹੀਂ ਕਰਦਾ ਕਿ ਘਰ ਵਾਪਸ ਜਾਈਏ। ਗੁਰੂ ਸਾਹਿਬ ਜੀ ਚੁੱਪ ਕਰਕੇ ਸੁਣ ਕੇ, ਕਿਉਂਕਿ ਉਹ ਤੇ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਤੇ ਜਾਣਦੇ ਨੇ ਕਿ ਇੰਨਾ ਪ੍ਰੇਮ ਜਿੰਨਾ ਵਿਖਾਉਂਦੇ ਨੇ ਇੰਨਾ ਹੈ ਨਹੀਂ, ਅੰਦਰ ਇੰਨਾ ਨਹੀਂ, ਬਾਹਰੋਂ ਤੇ ਜ਼ਰੂਰ ਵਿਖਾਉਂਦੇ ਨੇ। ਉਹਨਾਂ ਜਿੱਥੇ ਵੀ ਖਲੋਣਾ, ਜਿਹੜੇ ਵੀ ਸਿੱਖ ਕੋਲ ਖਲੋਣਾ, ਬਸ ਇੱਕੋ ਗੱਲ ਕਹਿਣੀ, ਸਾਡੇ ਅੰਦਰ ਪ੍ਰੇਮ ਬੜਾ ਹੈ, ਸਾਡਾ ਤੇ ਹੁਣ ਜਾਣ ਨੂੰ ਚਿੱਤ ਨਹੀਂ ਕਰਦਾ। ਉਹਨਾਂ ਗੱਲਾਂ ਕਰਦਾ ਕਰਦਾ ਰੋ ਵੀ ਪੈਣਾ, ਇੰਨਾ ਪ੍ਰੇਮ ਵੈਰਾਗ ਅੱਖਾਂ ਵਿੱਚੋਂ ਵੀ ਆ ਜਾਣਾ। ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਦੂਜੀ ਵਾਰੀ ਵੀ ਕਿਹਾ, ਤੀਜੀ ਵਾਰੀ ਫਿਰ ਕਹਿੰਦੇ ਕਿ ਹੁਣ ਜਾਣ ਨੂੰ ਚਿੱਤ ਨਹੀਂ ਕਰਦਾ। ਸਤਿਗੁਰੂ ਜੀ ਨੇ ਸਮਝਾਇਆ ਵੀ ਭਾਈ ਗ੍ਰਸਤੀ ਉਹ ਬਾਲ ਬੱਚੇ ਨੇ, ਘਰ ਵਿੱਚ ਕੰਮ ਕਰ ਵੀ ਹੋਣਾ ਹੈ, ਕਿ ਪਿਆਰ ਦਾ ਮਤਲਬ ਇਹ ਨਹੀਂ ਕਿ ਤੁਸੀਂ ਇੱਥੇ ਰਹੋਗੇ, ਪਿਆਰ ਤਾਂ ਹੀ ਰਹਿਣਾ ਹੈ, ਜਾਣਾ ਤੇ ਚਲੇ ਜਾਓ, ਪ੍ਰੇਮ ਤੇ ਫਿਰ ਵੀ ਰਹਿਣਾ ਹੈ। ਨਹੀਂ, ਸਤਿਗੁਰੂ ਸਾਡਾ ਜਾਣ ਨੂੰ ਚਿੱਤ ਹੀ ਨਹੀਂ ਕਰਦਾ। ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਚਲੋ ਠੀਕ ਹੈ ਭਾਈ ਫਿਰ ਰਹੋ। ਔਰ ਪਹਿਰੇਦਾਰਾਂ ਨੂੰ ਆਵਾਜ਼ ਮਾਰੀ, ਕੋਲ ਸੱਦਿਆ ਤੇ ਉਹਨਾਂ ਨੂੰ ਗੁਰੂ ਸਾਹਿਬ ਜੀ ਹੌਲੀ ਜੀ ਕਹਿੰਦੇ ਨੇ ਵੀ ਇਹ ਜਿਹੜੇ 4-5 ਜਣੇ ਨੇ ਇਹਨਾਂ ਦੇ ਪਛਾਣ ਕਰ ਲਓ, ਪਹਿਰੇ ਤੇ ਜਿਹੜਾ ਵੀ ਹੋਵੇ, ਰਾਤ ਹੋਵੇ ਦਿਨ ਹੋਵੇ, ਉਹਨਾਂ ਸਾਰਿਆਂ ਨੂੰ ਵਿਖਾ ਦਿਓ ਕਿ ਇਹ ਅਨੰਦਪੁਰ ਸਾਹਿਬ ਤੋਂ ਬਾਹਰ ਨਹੀਂ ਜਾਣੇ ਚਾਹੀਦੇ। ਇਹ ਉਦੋਂ ਤੱਕ ਨਹੀਂ ਜਾਣੇ ਚਾਹੀਦੇ ਜਦੋਂ ਤੱਕ ਜੋ ਜਾਣ ਵਾਸਤੇ ਕਹੀਏ ਨਾ, ਕਿਉਂਕਿ ਧਰਮ ਦਾ ਕਰਮ ਹੈ ਤੇ ਨਿਰਾ ਅੰਦਰ ਪਖੰਡ ਸੀ। 2 ਦਿਨ ਲੰਘੇ, 4 ਦਿਨ ਲੰਘੇ, ਹਫ਼ਤਾ ਕੁ ਕੱਢਿਆ, ਪਰ ਘਰ ਦੀ ਯਾਦ ਸਤਾਏ ਕਿ ਫਸਲਾਂ ਨੂੰ ਪਾਣੀ ਲੱਗਣ ਵਾਲਾ ਹੈ, ਨਾ ਗਏ ਤੇ ਇੰਨੇ ਕੰਮ ਨੇ ਕਿਵੇਂ ਚੱਲਣਗੇ। ਤੇ ਹੁਣ ਗੁਰੂ ਸਾਹਿਬ ਤੋਂ ਆਗਿਆ ਵੀ ਕਿਹੜੇ ਮੂੰਹ ਦੇ ਨਾਲ ਲੈਣਾ ਕਿ ਸਤਿਗੁਰੂ ਜੀ ਹੁਣ ਸਾਡਾ ਪ੍ਰੀਤ ਮੁੱਕ ਗਈ ਹੈ, ਹੁਣ ਸਾਡਾ ਚਿੱਤ ਕਰਦਾ ਚਲੇ ਜਾਈਏ। ਜਾਣਾ ਵੀ ਹੈ ਪਰ ਵਿਖਾਉਣਾ ਵੀ ਹੈ ਕਿ ਸਾਡਾ ਪਿਆਰ ਬੜਾ ਹੈ। ਔਰ ਉੱਥੇ ਉਹਨਾਂ ਨੇ ਫਿਰ ਆਪਸ ਵਿੱਚ ਸਕੀਮ ਬਣਾਈ ਕਿ ਐਵੇਂ ਨਹੀਂ ਜਾਇਆ ਜਾਣਾ। ਜਾਣ ਦਾ ਯਤਨ ਵੀ ਕੀਤਾ ਪਰ ਪਹਿਰੇਦਾਰਾਂ ਨੇ ਰੋਕ ਦਿੱਤਾ ਵੀ ਪਹਿਲਾਂ ਗੁਰੂ ਸਾਹਿਬ ਦੀ ਆਗਿਆ ਲੈ ਕੇ ਆਓ, ਹੁਕਮ ਕਰਨਗੇ ਤੇ ਜਾਣ ਦੇਣਾ, ਨਹੀਂ ਤੇ ਗੁਰੂ ਸਾਹਿਬ ਦਾ ਹੁਕਮ ਤੁਹਾਨੂੰ ਜਾਣ ਨਹੀਂ ਦੇਣਾ। ਸਕੀਮ ਬਣਾਈ ਕਿ ਐਵੇਂ ਨਹੀਂ, ਹੁਣ ਗੁਰੂ ਸਾਹਿਬ ਨੂੰ ਕਿਹੜਾ ਮੂੰਹ ਵਿਖਾਈਏ ਕਿ ਤੁਸੀਂ ਐਵੇਂ ਕਰੋ, 1 ਜਣਾ ਫੱਟੇ ਤੇ ਪਾਓ, 4 ਜਣੇ ਚੁੱਕ ਲਾਂਗੇ, ਕਹਾਂਗੇ ਮਰ ਗਿਆ, ਸੰਸਕਾਰ ਕਰਨ ਚੱਲੇ, ਬਾਹਰ ਚੱਲੇ ਹੋ। ਉਹਨਾਂ ਨੇ ਇਸੇ ਤਰ੍ਹਾਂ ਕੀਤੇ, ਸਵੇਰੇ ਸਵੇਰੇ 1 ਜਣਾ ਫੱਟੇ ਤੇ ਪੈ ਗਿਆ, 4 ਜਣੇ ਨੇ ਚੁੱਕ ਲਿਆ, ਨਾਲੇ ਚੁੱਕਿਆ ਤੇ ਨਾਲੇ ਸ਼ਬਦ ਗਾਉਂਦੇ ਜਾਓ ਕਿ ਸੇਵਕ ਕੇ ਓੜਕ ਨਿਭੇ ਪ੍ਰੇਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੇਤ। ਕਿ ਪਿਆਰ ਹੀ ਇੰਨਾ ਸੀ, ਜਿਉਂਦਿਆਂ ਤੇ ਸਿਮਰਨ ਕੀਤਾ ਹੀ, ਮਰ ਕੇ ਵੀ ਉਹਦੇ ਚਰਨਾਂ ਵਿੱਚ ਜਾ ਪਹੁੰਚਿਆ ਹੈ, ਇੰਨੀ ਪ੍ਰੀਤ ਸੀ ਸਾਡੇ ਅੰਦਰ। ਔਰ ਜਦੋਂ ਗਾਉਂਦੇ ਜਾਣ, ਅੱਖਾਂ ਦੇ ਵਿੱਚੋਂ ਪਾਣੀ ਵੀ ਆਵੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪੁੱਛ ਲਿਆ ਵੀ ਮਾਜਰਾ ਕੀ ਹੈ, ਕੌਣ ਨੇ? ਕਹਿੰਦੇ ਸਤਿਗੁਰੂ ਜੀ ਤੁਹਾਡੇ ਬੜੇ ਪਿਆਰੇ ਨੇ ਤੇ ਇੱਕ ਪਿਆਰਾ ਵਿੱਚੋਂ ਜਿਹੜਾ ਉਹ ਚੜ੍ਹਾਈ ਕਰ ਗਿਆ, ਸੰਸਕਾਰ ਕਰਨ ਚੱਲੇ ਨੇ। ਇਹ ਉਹ ਹੀ ਨੇ ਜਿਹੜੇ ਕਹਿੰਦੇ ਸਾਨੂੰ ਪ੍ਰੀਤ ਬੜੀ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਉੱਠ ਕੇ ਆਪ ਗਏ, ਕਹਿੰਦੇ ਭਾਈ ਫਿਰ ਜੇ ਇੰਨਾ ਪਿਆਰ ਸੀ ਬਾਹਰ ਕਿਉਂ? ਇੱਥੇ ਚਿਖਾ ਚਿਨੂੰ ਆਪਣੇ ਹੱਥੀ ਲਾਂਬੂ ਲਾਵਾਂਗੇ, ਇੰਨਾ ਪਿਆਰ ਵਾਲਾ ਤੇ ਆਪਣੇ ਹੱਥੀ ਸੰਸਕਾਰ ਕਰਨੇ ਆ। ਔਰ ਕੀਤਾ ਵੀ ਇਸੇ ਤਰ੍ਹਾਂ, ਕਹਿੰਦੇ ਚਿਖਾ ਚਿਣੀ ਗਈ
ਹੁਣ ਜਿਹੜਾ ਫੱਟੇ ਉੱਤੇ ਪਿਆ ਉਹ ਤੇ ਸੋਚੇ ਕਿ ਹੁਣ ਬੋਲਣਗੇ, ਪਰ ਉਹਨਾਂ ਨੂੰ ਕਿਸੇ ਜੇ ਸੜੇਗਾ ਤੇ ਇਹ ਸੜੇਗਾ ਨਾ, ਉਹਦੇ ਤੇ ਬੋਲੇ ਨਹੀਂ। ਤੇ ਜਦੋਂ ਚਿਖਾ ਦੇ ਉੱਤੇ ਪਾਇਆ ਚੁੱਕ ਕੇ, ਗੁਰੂ ਸਾਹਿਬ ਜੀ ਕਹਿੰਦੇ ਜਾ ਲੈ ਕੇ ਆਓ ਲੱਕੜ ਬਲਦੀ ਹੋਈ ਅੱਗ, ਲਾਂਬੂ ਲਾਈਏ। ਕਹਿੰਦੇ ਚਿਖਾ ਦੇ ਵਿੱਚੋਂ ਛਾਲ ਮਾਰੀ, ਉੱਠ ਕੇ ਭੱਜਿਆ, ਗੁਰੂ ਸਾਹਿਬ ਦੇ ਕੋਲ ਖਲੋਤਾ ਵੀ ਨਹੀਂ। ਭੱਜਦੇ ਗਿਆ ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਹੱਸ ਵੀ ਪਏ। ਕਹਿੰਦੇ ਦੇਖੋ ਇੰਨੀ ਪ੍ਰੀਤ, ਇਹ ਤੇ ਜਿਉਂਦੇ ਸੱਚਖੰਡ ਭੱਜਿਆ ਜਾਂਦਾ ਸਿੱਧਾ ਹੀ। ਔਰ ਜਦੋਂ ਸਾਰਿਆਂ ਦੇ ਸਾਹਮਣੇ ਗੱਲ ਆਈ, ਜਿਹੜਾ ਅੰਦਰ ਜਿੰਦੇ ਕਪਟ ਹੋਵੇ ਫਿਰ ਆਪਣੀ ਗਲਤੀ ਛੇਤੀ ਕੀਤੇ ਮੰਨਦੇ ਹੀ ਨਹੀਂ, ਅੱਗੋਂ ਚਲਾਕੀਆਂ ਫਿਰ ਕਰਦੇ ਨੇ ਕਿ ਸਤਿਗੁਰ ਜੀ ਤੁਹਾਡਾ ਤੇ ਬਿਰਧ ਹੈ, ਸੁਭਾਅ ਹੈ ਕਿ ਆਪਣੇ ਸੇਵਕਾਂ ਦੇ ਤੁਸੀਂ ਪਰਦੇ ਢੱਕਦੇ ਹੋ, ਪਰ ਸਾਡੇ ਤੇ ਖੋਲ ਕੇ ਚੰਗੀ ਤਰ੍ਹਾਂ ਸਾਰਿਆਂ ਨੂੰ ਵਿਖਾ ਦਿੱਤੇ ਕਿ ਇੱਥੇ ਹੁਣ ਜੋ ਕਿ ਵੀ ਨਹੀਂ ਰਹੀਏ। ਤੁਹਾਡਾ ਤੇ ਸੁਭਾਅ ਹੈ, ਤੁਸੀਂ ਤੇ ਬਾਣੀ ਦੇ ਵਿੱਚ ਕਹਿੰਦੇ ਹੋ ਕਿ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹ ਪਾਪੀ ਪੜਦਾ। ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਸੰਤ ਬਣ ਤੇ ਸਹੀ, ਤੂੰ ਨਿਰਗੁਣ ਹੋ ਤੇ ਸਹੀ, ਅਸੀਂ ਤਾਂ ਪੜਦੇ ਢੱਕਣੇ ਨੇ, ਪਰ ਤੂੰ ਤੇ ਤੇਰਾ ਵੀ ਤਾਂ ਕੋਈ ਨਾ ਕੋਈ ਫਰਜ਼ ਹੈ, ਨਿਰਗੁਣ ਤੇ ਹੋ। ਤੂੰ ਤੇ ਆਪਣੇ ਆਪ ਨੂੰ ਸਮਝਦਾ ਮੇਰੇ ਵਰਗਾ ਗੁਣ ਹੀ ਕਿਸੇ ਕੋਲ ਨਹੀਂ। ਔਰ ਗੁਰੂ ਸਾਹਿਬ ਜੀ ਕਹਿੰਦੇ ਜੇ ਅੱਜ ਪੜਦੇ ਢੱਕਦੇ ਨਾ, ਜੀਵਨ ਤਬਾਹ ਹੋ ਜਾਣਾ ਸੀ। ਤੁਸੀਂ ਬਾਹਰ ਜਾ ਕੇ ਫਿਰ ਕਹਿਣਾ ਸੀ ਕਿ ਜਿਵੇਂ ਦਾ ਗੁਰੂ ਉਵੇਂ ਦੇ ਸਿੱਖ। ਗੁਰੂ ਨੂੰ ਪਤਾ ਹੀ ਨਹੀਂ ਲੱਗਿਆ। ਔਰ ਉੱਥੇ ਸਤਿਗੁਰੂ ਜੀ ਨੇ ਫਿਰ ਸਮਝਾਇਆ ਭਈ ਇਵੇਂ ਦਾ ਕੀਰਤਨ, ਇਵੇਂ ਦਾ ਗਾਇਆ ਹੋਇਆ ਕੀਰਤਨ ਤੁਸੀਂ ਸੋਹਣਾ ਕਰਦੇ ਹੋ, ਪਰ ਜੇ ਇਵੇਂ ਦਾ ਗਾਉਣ ਦੇ ਨਾਲ ਰੱਬ ਖੁਸ਼ ਹੁੰਦਾ ਹੋਵੇ, ਕੇਵਲ ਗਲਾ ਸੁਰੀਲਾ ਹੋ ਜੇ ਤੇ ਸੋਹਣਾ ਗਾ ਲੈਣਾ, ਜੇ ਗਾਉਣ ਨਾਲ ਸੋਹਣਾ ਹੁੰਦਾ ਹੋਵੇ, ਰੱਬ ਖੁਸ਼ ਹੁੰਦਾ ਹੋਵੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਨੂੰ ਉੱਥੇ ਉਦਾਹਰਨਾਂ ਦਿੱਤੀਆਂ। ਕਹਿੰਦੇ ਫਿਰ ਤੇ ਕਬੂਤਰ, ਕੋਇਲ, ਇਹ ਪੰਛੀ ਨੇ ਬੜਾ ਸੋਹਣਾ ਗਾਉਂਦੇ ਨੇ, ਕੋਇਲ ਵਰਗੀ ਆਵਾਜ਼ ਕਿੰਦੀ ਹੋਣੀ, ਉਹਦੀ ਤੇ ਉਦਾਹਰਨ ਦਿੱਤੀ ਜਾਂਦੀ ਹੈ। ਫਿਰ ਤੇ ਇਹਨਾਂ ਦਾ ਕਦੇ ਦਾ ਖਾਨਦਾਨ ਤਰ ਜਾਣਾ ਸੀ ਜੇ ਇੰਨਾ ਸੋਹਣਾ ਗਾਉਣ ਦੇ ਨਾਲ, ਇੰਨਾ ਮਿੱਠੀ ਆਵਾਜ਼ ਦੇ ਨਾਲ ਰੱਬ ਖੁਸ਼ ਹੁੰਦਾ ਜਾਂ ਤੁਸੀਂ ਅੱਖਾਂ 'ਚ ਪਾਣੀ ਭਰਦੇ ਹੋ, ਬਾਰ-ਬਾਰ ਰੋਂਦੇ ਹੋ, ਰੋਣ ਦੇ ਨਾਲ ਖੁਸ਼ ਹੁੰਦਾ ਹੋਵੇ। ਤੇ ਫਿਰ ਜਦੋਂ ਮੌਤ ਹੁੰਦੀ, ਬੀਬੀਆਂ ਤੋਂ ਉਦੋਂ ਰੋਂਦੀਆਂ ਬੜਾ ਸਨ, ਵੈਣ ਬੜਾ ਪਾਉਂਦੀਆਂ ਸਨ। ਔਰ ਉਹ ਰੋਣ ਵਾਲੀਆਂ ਵੈਣ ਪਾਉਣ ਵਾਲੇ ਸਪੈਸ਼ਲ ਹੁੰਦੀਆਂ ਸਨ ਕਿ ਤੁਹਾਨੂੰ ਰੋਣਾ ਨਹੀਂ ਆਉਣਾ, ਸਾਡੇ ਪਿੱਛੇ ਰੋਇਓ। ਫਿਰ ਗੁਰੂ ਸਾਹਿਬ ਜੀ ਕਹਿੰਦੇ ਪਿੰਡ ਦੀਆਂ ਉਹਨਾਂ ਬੀਬੀਆਂ ਨੂੰ ਮਿਲ ਜਾਣਾ ਚਾਹੀਦਾ ਸੀ ਰੱਬ, ਰੋਂਦੀਆਂ ਤੂੰ ਵੀ ਬੜਾ ਸੋਹਣਾ। ਉੱਥੇ ਗੁਰੂ ਸਾਹਿਬ ਨੇ ਉਦਾਹਰਣ ਦਿੱਤੇ, ਕਹਿੰਦੇ ਰੋਜ਼ ਰੋਵਤ ਰੇਜ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ। ਜੇ ਰੋਣ ਦੇ ਨਾਲ ਰਿੱਝਦਾ ਹੋਵੇ ਫਿਰ ਪਿੰਡ ਦੀਆਂ ਬੀਬੀਆਂ ਰੋਂਦੀਆਂ ਨੇ। ਕਹਿੰਦੇ ਕੀਰਤਨ ਤੇ ਜੋ ਰਿੱਝ ਪਰੈ ਕੀਰ ਕਪੋਤ ਪੁਕਾਰੀ। ਕੀਰਤਨ ਗਾਉਣ ਦੇ ਨਾਲ ਰਿੱਝਦਾ ਹੁੰਦਾ। ਫਿਰ ਇਹ ਕੋਇਲ, ਇਹ ਕਬੂਤਰ, ਇਹ ਬੜਾ ਸੋਹਣਾ ਬੋਲਦੇ ਨੇ, ਇਹਨਾਂ ਦੇ ਆਵਾਜ਼ ਸੁਣ ਲੈਣੀ ਸੀ। ਜੇ ਨਹਾਉਣ ਦੇ ਨਾਲ ਰੱਬ ਖੁਸ਼ ਹੁੰਦਾ, ਗੁਰੂ ਸਾਹਿਬ ਜੀ ਕਹਿੰਦੇ ਫਿਰ ਤੇ ਡੱਡੂਆਂ ਦਾ ਖਾਨਦਾਨ ਮੁਕਤ ਹੋ ਜਾਣਾ ਸੀ। ਨਾਵੈ ਦਾਦਰ ਮਨੁਸ ਬ੍ਰਿਛੈ ਬਾਨਰ ਜੰਗਲ ਬਾਸ ਬਣਾਰੀ। ਨੰਗੇ ਪੈਰ ਜਾਣ ਵਾਲੇ ਜਿਹੜੇ ਕਰਮ ਕਰਦੇ ਨੇ ਉਹਨਾਂ ਨੂੰ ਕਹਿ ਦਿੱਤਾ ਭਈ ਇਹਨਾਂ ਨੂੰ ਕਰਮ ਕਾਂਡ ਨਾ ਬਣਾਓ, ਨੰਗੇ ਪੈਰ ਹੀ ਜਾਣਾ ਕਿ ਸਾਡੀ ਤਾਂ ਹੀ ਸਰਦਾ ਪੂਰੀ ਹੋਣੀ, ਤਾਂ ਹੀ ਪ੍ਰੇਮ ਵਧਣਾ ਹੈ। ਕਹਿੰਦੇ ਬਾਂਦਰ ਉਹ ਤਾਂ ਰਹਿੰਦੇ ਵੀ ਨੰਗੇ ਨੇ, ਪੈਰ ਵੀ ਨੰਗੇ ਨੇ, ਪਾਉਂਦੇ ਵੀ ਕੁਛ ਨਹੀਂ, ਜੰਗਲਾਂ 'ਚ ਹੀ ਰਹਿੰਦੇ ਨੇ। ਜੇ ਇਵੇਂ ਰੱਬ ਖੁਸ਼ ਹੁੰਦਾ ਫਿਰ ਤੇ ਜਿਹੜੇ ਬਾਂਦਰ ਨੇ ਉਹ ਮੁਕਤ ਹੋ ਜਾਣੇ ਸਨ। ਉੱਥੇ ਗੁਰੂ ਸਾਹਿਬ ਜੀ ਨੇ ਸਮਝਾਇਆ ਪਈ ਨਹੀਂ, ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ ਸਿੱਖ ਪੰਡਤ ਗਾਏ ਕੋ ਜਾਵਤ ਹਾਰੀ। ਉਹ ਸਿੱਖ ਹੋਵੇ, ਵਿਦਵਾਨ ਪੰਡਤ ਹੋਵੇ, ਉਹ ਗਾ ਕੇ ਇੱਥੋਂ ਜੀਵਨ ਦੇ ਬਾਜੀ ਹਾਰ ਕੇ ਚਲੇ ਜਾਣਗੇ ਜੇ ਅੰਦਰ ਪ੍ਰੀਤ ਨਹੀਂ ਤੇ ਪ੍ਰਤੀਤ ਨਹੀਂ। ਪ੍ਰੀਤ ਪ੍ਰਤੀਤ ਕੇ ਲੇਸ਼ ਬਿਨਾ, ਲੇਸ਼ ਮਾਤਰ ਵੀ ਜੇ ਪ੍ਰੀਤ ਨਹੀਂ, ਇੱਕ ਪ੍ਰੀਤ ਹੈ ਤੇ ਇੱਕ ਪ੍ਰਤੀਤ ਹੈ, ਭਰੋਸਾ। ਪ੍ਰਤੀਤ ਨਹੀਂ, ਭਰੋਸਾ ਨਹੀਂ, ਫਿਰ ਗਾ ਜਿੰਨਾ ਮਰਜ਼ੀ ਲਵੋ। ਔਰ ਕੀਰਤਨ ਦਾ ਅਰਥ ਕੇਵਲ ਹਾਰਮੋਨੀਅਮ ਤੇ ਗਾਉਣਾ ਨਹੀਂ, ਉਹ ਕੀਰਤਨ ਕਿਸੇ ਵੀ ਤਰ੍ਹਾਂ ਉਹਦੀ ਸਿਫਤ ਸਲਾਹੀ ਕਰਨੀ, ਨਾ ਪਾਠ ਕਰਕੇ, ਵਿਚਾਰ ਕਰਕੇ, ਪੜ੍ਹ ਕੇ, ਸੁਣ ਕੇ, ਕਿਸੇ ਵੀ ਤਰ੍ਹਾਂ ਕੀਤਾ ਜਾਏ ਤਾਂ ਹੀ ਪੈਣਾ ਹੈ।
नहीं तो धन गुरु रामदास जी ने पावन बचन बाणी जी भी गए थे भी कोई बहुत सोहना गाँदा होवे, बहुत सोहना विख्यान करता होवे, इहदा मतलब ये नहीं कि उनके अंदर प्रेम भी इन्ने सोहना होएगा। वो कपट भी हो सकता है। जे अंदर कपट है तो गुरु साहब जी कहते हैं इवें दा कीर्तन किया होया असल में कीर्तन नहीं, उन्होंने सिर्फ रोना धोना ही किया जा सकता है। और ये शब्द जे आम वरत्या जाए भी कीर्तन करके आए कि वैन पा के आए, वो कह के तो वेखो हो सकता अगले नूं धक्के मार के दोबारे गुरु घर दे विच वड़न नहीं दिंदे, क्योंकि भजन सतगुरु धन गुरु रामदास जी दे ने भी जे अंदर कपट है फिर जिन्ना मर्जी सोहना को गाई जाए, जिन्ना मर्जी सोहना को विख्यान करी जाए, जिड्डा मर्जी अपने आप नूं जां लोग कह देन कि बड़ा महान विद्वान, उत्थे गुरु साहब के पावन बचन ने कि कोई गावै रागे नादे बेदे बहु भात कर, और पढ़ते सुनदे परू जी सकी वार दे किसी भी तरीके नाल कोई गावे रागे नादी बेदी, रागे का अर्थ राग जिहड़ा हारमोनीयम नाल साजां नाल गाया जाना है, बेदे जिहड़ा पढ़ के गाया जाना है, कथा करके विचार करके किसी भी तरीके नाल गाया जाना। कहते कोई गावै रागे नादे बेदे बहु भात कर, नहीं हर हर पीजै राम राजे। और गुरु साहब जी कहते हैं जिन्ना अंदर कपट विकार है तिन्ना रोए क्या कीजै। जे अंदर कपट है अंदर विकार है तो ये गवना नहीं, ये सिर्फ रोना है। तो रोण के नाल रब कदे नहीं खुश होया, फिर जिन्ना मर्जी रोई जाओ। हुण इत्थे गुरु साहब जी कहते हैं धर्म के कीते हुए कर्म फिर पखंड बन जाते हैं भाई। जे अंदर प्रतीत नहीं, अंदर प्रीत नहीं, अंदर प्यार नहीं। और सतगुरु जी ने उदाहरणों से पावन बेनती दी ने कि जे प्रीत करनी होवे रब दे नाल प्रीत करनी होवे तो प्रीत करिए किवें। धन गुरु नानक साहब का पावन बचन है रे मन ऐसे हर्षो प्रीत कर, जैसे मछली नीर। और कई बार विचार की भी है, मन में आउंदा भी है कि प्रेत के उदाहरण गुरु के सिख दे ते गुरु साहब जी मछली नाल क्यों दिंदे ने जी उदाहरण मछली दी। क्यों पानी दे नाल प्रेत करदी इन्ना करदे कि उन्होंने कोई वड्ड भी लवे, उन्होंने कोई बना भी लवे, खाण वाला खा भी जाए, टुकड़े टुकड़े हो जाए, पेट के अंदर भी चली जाए, पानी के नालों प्रेत फिर भी नहीं छड्डदी। तो इवें दे प्रेत कोई कर सकता है? सचमुच इन्ना प्यार कोई कर सकता अपने गुरु नूं, रब नूं, परमेश्वर? ये सवाल लैके एक फकीर साडे वर्गिया कोल बड़िया कोल गया कि मेरे 3 सवाल ने पर जवाब ढुकवा कोई नहीं मिलता। सवाल किहड़े सन कि मैं ये पूछना चाहुंदा जे कोई दान करना होवे तो दान की हद कित्थों तक है? जे किसी ने त्याग करना होवे बंदा कित्थों तक त्याग कर सकता है? तो जे रब दे नाल प्यार करना होवे प्यार की हद की, प्यार कित्थों तक किया जा सकता है? और पंडित विद्वान कथाकार बड़िया के कोल गया, सब ने आपो अपनी विद्या के मुताबिक ज्ञान तो बड़ा झाड़िया, बड़ा समझाया, पर उनकी तसल्ली नहीं हुई। और किसी ने कह दिता सी कि देख जे 3 सवालों का जवाब तू लैना है। नमरूद की कचहरी में एक फकीर नूं सज़ा हुई इब्राहिम नूं, ते सज़ा क्यों हुई सी? सूली ते चढ़ाउणा कल नूं। सज़ा सिर्फ इस करके हुई सी, वो कहता सी अनल हक। हुण इहदे अर्थ ये सन कि मैं भी खुदा हाँ, पर ये प्रेम वाले समझ सकता है ना। जे कोई सीधा शब्द वरते मैं भी रब हाँ, मैं भी गुरु हाँ, हो सकता है? कित्थे बर्दाश्त होंदा है? पर सतगुरु जी ने पावन बचन बाणी जी कहे ने जी, ये प्यार वाला ही समझ सकता है कि जिन हर जपिया से हर होए। इब्राहिम नूं गल समझ आ गई, अंदर प्रेम के धुणे नहीं सी, क्यों वो अनल हक कहन तो हटिया नहीं, भावें सूली की सज़ा सुना दी गई। हुण कहते उस इब्राहिम के कोलों 3 सवालों का जवाब मिल सकता है। शाम के वेले गया रात में,
ਤਿੰਨੇ ਸਵਾਲ ਜਾ ਕੇ ਕੀਤੇ ਕਿ ਦਾਨ ਦੀ ਹੱਦ ਕਿੱਥੋਂ ਤੱਕ ਹੈ। ਤਿਆਗ ਕਰਨਾ ਹੋਵੇ ਤੇ ਤਿਆਗ ਦੇ ਹੱਦ ਕੀ ਹੈ ਤੇ ਪਿਆਰ ਦੇ ਹੱਦ ਕੀ ਹੈ। ਹੁਣ ਇਬਰਾਹਿਮ ਕਹਿੰਦਾ ਕਿ ਦੇਖ ਅੱਖਰਾਂ ਨਾਲ ਸਮਝਾ ਦਿਆ, ਕਥਾ ਤੇ ਮੈਂ 3 ਘੰਟੇ ਵੀ ਕਰ ਦਿਆਂਗੇ, ਤਿੰਨਾਂ ਦੀ ਗੱਲ ਹੈ। ਜਾਂ ਪ੍ਰੈਕਟੀਕਲੀ ਸਮਝਾਵਾਂ 2-4 ਮਿੰਟ ਵਿੱਚ ਸਮਝ ਲੱਗ ਜਾਣੀ ਹੈ। ਔਰ ਉਹਦੇ ਮਨ ਨੂੰ ਲੱਗਿਆ ਜੇ ਪ੍ਰੈਕਟੀਕਲੀ ਸਮਝਾਤੇ ਕਥਾ ਤੇ ਬੜਿਆਂ ਤੋਂ ਸੁਣੀ ਕਿ ਤੁਸੀਂ ਦੱਸ ਦਿਓ, ਪ੍ਰੈਕਟੀਕਲੀ ਦੱਸੋ। ਉਹ ਅੰਦਰ ਗਿਆ, ਆਪਣੇ ਝੋਲੇ ਦੇ ਵਿੱਚੋਂ ਅੱਧੀ ਰੋਟੀ ਕੱਢੀ, ਸੁੱਕੀ ਸੀ ਕੱਲੀ ਰੋਟੀ, ਲਿਆ ਕੇ ਉਹਨੂੰ ਦਿੱਤੇ। ਕਹਿੰਦਾ ਪਹਿਲੋਂ ਰੋਟੀ ਖਾ, ਹੈ ਤੇ ਸੁੱਕੀ ਪਰ ਸਵਾਲਾਂ ਦੇ ਜਵਾਬ ਮਿਲਣੇ ਤਾਂ ਹੀ ਜਿਹਨੂੰ ਖਾਏਗਾ। ਹੁਣ ਉਹਨੂੰ ਅੰਦਰ ਚਾਹਤ ਸੀ ਜਵਾਬ ਮਿਲੇ, ਉਹ ਰੋਟੀ ਖਾ ਗਿਆ, ਚਬਾ ਗਿਆ ਜੀ। ਕਹਿੰਦੇ ਪਹਿਲੇ ਸਵਾਲ ਦਾ ਜਵਾਬ ਇਹ ਹੈ, ਦਾਨ ਦੀ ਹੱਦ। ਕਈ ਦਿਨ ਤੋਂ ਤੈਨੂੰ ਪਤਾ ਕਿ ਨਾ ਮੈਨੂੰ ਪਾਣੀ ਵੀ ਨਹੀਂ ਦਿੱਤਾ, ਰੋਟੀ ਵੀ ਨਹੀਂ ਦਿੱਤੀ, ਪਰ ਅੱਜ ਕੋਈ ਪ੍ਰੇਮ ਵਾਲਾ ਆਇਆ ਸੀ, ਅੱਧੇ ਕੁ ਰੋਟੀ ਦੇ ਗਿਆ ਕਿ ਚੱਲ ਸਵੇਰੇ ਤੇ ਮਰਨੇ, ਘੱਟੋ ਘੱਟ ਰਾਤ ਦੇ 4 ਸਾਹ ਜਿਹੜੇ ਉਹ ਤੇ ਸੌਖੇ ਆ ਜਾਣੇ। ਕਹਿੰਦਾ ਰੋਟੀ ਖਾਧੀ ਨਹੀਂ ਕਿ ਜੇ ਮਾਰੀ ਜਾਣਾ, ਸਵੇਰੇ ਸਰੀਰ ਨੂੰ ਛੱਡ ਹੀ ਜਾਣਾ, ਫਿਰ ਇੰਨਾ ਕੁ ਅੰਨ ਵੀ ਕਿਉਂ ਬਰਬਾਦ ਕਰਨਾ ਹੈ। ਇਹ ਕਿਸੇ ਦੇ ਕੰਮ ਆਏਗਾ, ਬਸ ਇਹ ਦਾਨ ਦੀ ਹੱਦ ਤੋਂ ਵੱਧ ਕੇ ਦਾਨ ਹੋਰ ਨਹੀਂ ਹੋ ਸਕਦਾ। ਔਰ ਸਿੱਖ ਇਤਿਹਾਸ ਵਿੱਚ ਐਸੀਆਂ ਬਹੁਤ ਘਟਨਾਵਾਂ ਨੇ, ਭਾਈ ਸ਼ੀਨ ਜੀ ਵਰਗੇ ਦੇ। ਖੈਰ ਦੂਸਰੇ ਕਹਿੰਦੇ ਤਿਆਗ ਦੀ ਹੱਦ। ਹੁਣ ਇਬਰਾਹਿਮ ਕਹਿੰਦਾ ਕਿ ਤਿਆਗ ਦੀ ਹੱਦ ਬਸ 1 ਮਿੰਟ ਅੱਖਾਂ ਬੰਦ ਕਰ, ਹੁਣੇ ਪਤਾ ਲੱਗ ਜਾਏਗਾ। ਉਸ ਫਕੀਰ ਨੇ ਅੱਖਾਂ ਬੰਦ ਕੀਤੀਆਂ, ਇਬਰਾਹਿਮ ਧਰਤੀ ਤੇ ਡਿੱਗ ਗਿਆ, ਸਵਾਸ ਰੁਕ ਗਏ। ਔਰ ਫਕੀਰ ਨੂੰ ਇਹ ਲੱਗਿਆ ਕਿ ਸਵਾਸ ਰੁਕ ਗਏ ਨੇ, ਸ਼ਾਇਦ ਮਰ ਗਿਆ। ਉੱਠ ਕੇ ਭੱਜਣ ਲੱਗਿਆ ਕਿ ਇਹਨੂੰ ਤਾਂ ਕੱਲ ਸੂਲੀ ਚਾੜਨਾ ਸੀ, ਇਹ ਤਾਂ ਪਹਿਲੋਂ ਮਰ ਗਿਆ, ਕਿਤੇ ਨਾ ਹੋਵੇ ਕੱਲ ਉਹਦੀ ਥਾਂ ਤੇ ਮੈਨੂੰ ਲਟਕਾ ਦੇਣਾ ਕਿ ਤੂੰ ਕੁਛ ਕਰ ਗਿਆ ਹੈ। ਜਦੋਂ ਭੱਜਣ ਲੱਗਿਆ, ਇਬਰਾਹਿਮ ਉੱਠ ਕੇ ਬਹਿ ਕੇ ਪਿੱਛੋਂ ਆਵਾਜ਼ ਮਾਰੀ, ਕਹਿੰਦੇ ਘਬਰਾ ਨਾ, ਆ ਜਾ, ਇਹ ਤਿਆਗ ਦੀ ਹੱਦ ਹੈ ਕਿ ਪ੍ਰੇਮ ਵਾਲੇ ਜਦੋਂ ਚਾਹਣ ਸਰੀਰ ਨੂੰ ਛੱਡ ਕੇ ਜਾ ਸਕਦੇ ਨੇ, ਪਰਵਾਹ ਨਹੀਂ। ਸਰੀਰ ਦੇ ਤਿਆਗ ਦੇਣਾ, ਇਸ ਤੋਂ ਉੱਤੇ ਤਿਆਗ ਹੋਰ ਕੋਈ ਨਹੀਂ। ਹੁਣ ਉਹਦੇ ਅੰਦਰ ਬਿਲਕੁਲ 2 ਗੱਲਾਂ ਜਿਹੜੀਆਂ ਅਸੀਂ ਘਰ ਕਰ ਗਈਆਂ, ਹੁਣ ਕਹਿੰਦੇ ਤੀਸਰਾ ਵੀ ਫਿਰ ਦੱਸ ਹੀ ਦੇ, ਪਿਆਰ ਦੀ ਹੱਦ ਕਿੱਥੋਂ ਤੱਕ ਹੈ। ਹੁਣ ਉਹ ਕਹਿੰਦਾ ਇਹ ਪ੍ਰੈਕਟੀਕਲੀ ਹੈ, ਇਹ ਹੁਣ ਨੇ ਕੱਲ ਜਦੋਂ ਸੂਲੀ ਤੇ ਚੜ੍ਹਨਗੇ ਉਦੋਂ ਆ ਜੀ, ਉਦੋਂ ਦੱਸਿਆ ਜਾਏਗਾ ਪਿਆਰ ਦੀ ਹੱਦ ਕਿੱਥੋਂ ਤੱਕ ਹੈ। ਔਰ ਕਹਿੰਦੇ ਜਦੋਂ ਸੂਲੀ ਚਾੜਿਆ ਗਿਆ, ਸੂਲੀ ਚਾੜ ਕੇ ਉਹਦੇ ਸਰੀਰ ਦੇ ਟੁਕੜੇ ਵੀ ਕੀਤੇ ਗਏ। ਇੱਕ ਟੁਕੜਾ ਜਿਹੜਾ ਸੀ ਇਸ ਫਕੀਰ ਦੇ ਕੋਲ ਵੀ ਆ ਕੇ ਡਿੱਗਿਆ, ਤੇ ਜਦੋਂ ਧਿਆਨ ਨਾਲ ਉਸ ਸਰੀਰ ਦੇ ਟੁਕੜੇ ਨੂੰ ਵੇਖਦਾ, ਇਹਦੇ ਕੰਨਾਂ 'ਚ ਆਵਾਜ਼ ਫਿਰ ਕੋਈ ਪੈਂਦੀ, ਅਨਲ ਹੱਕ, ਕਿ ਜਿਵੇਂ ਮਛਲੀ ਢਿੱਡ ਦੇ ਵਿੱਚ ਗਈ ਹੋਈ ਵੀ ਕਹਿੰਦੇ ਕਿ ਲਿਆਓ ਪਾਣੀ। ਇਹ ਟੁਕੜੇ ਹੋ ਗਏ, ਫਿਰ ਵੀ ਕਹਿੰਦਾ ਅਨਲ ਹੱਕ। ਤੇ ਟੁਕੜਾ ਜਿਵੇਂ ਬੋਲ ਕੇ ਕਹਿ ਰਹੇ ਸੀ ਕਿ ਫਕੀਰ ਦਾਨ ਦੀ ਹੱਦ ਹੋ ਸਕਦੀ ਹੈ, ਤਿਆਗ ਦੀ ਹੱਦ ਹੋ ਸਕਦੀ ਹੈ, ਪਰ ਜਦੋਂ ਰੱਬ ਦੇ ਨਾਲ ਪਿਆਰ ਕੀਤਾ ਜਾਏ, ਪਿਆਰ ਦੀ ਕੋਈ ਹੱਦ ਨਹੀਂ। ਪਰ ਸਤਿਗੁਰੂ ਜੀ ਨੇ ਪਿਆਰ ਦੀ ਹੱਦ ਸੱਚਮੁੱਚ ਕੋਈ ਨਹੀਂ, ਕਿਉਂਕਿ ਜੇ ਪਿਆਰ ਕਿਸੇ ਸ਼ਰਤ ਤੇ ਟਿਕਿਆ ਹੋਵੇ ਕਿ ਇਹ ਸਹੂਲਤ ਮਿਲੇਗੀ, ਸੁੱਖ ਮਿਲੇਗੀ, ਪਿਆਰ ਤਾਂ ਇਹ ਦੁਨੀਆ ਦਾ ਪਿਆਰ ਇੱਥੋਂ ਤੱਕ ਹੀ ਹੈ। ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ ਕਿ ਜਿੰਨੇ ਹਿੱਤੇ ਦਿਸਦੇ ਨੇ ਸਾਰੇ ਆਪਣੇ ਸਵਾਰਥ ਕਰਕੇ ਤੇਰੇ ਨਾਲ ਜੁੜੇ ਨੇ। ਜਿੱਦਣ ਸਵਾਰਥ ਨਾ ਪੂਰਾ ਹੋਇਆ, ਕਿਸੇ ਨੇ ਸਾਥ ਨਹੀਂ ਦੇਣਾ। ਪਰ ਇਹ ਪਿਆਰ ਐਸਾ ਹੈ ਕਿ ਜਿਵੇਂ ਅੰਗ ਅੰਗ ਦੇ ਵਿੱਚੋਂ, ਰੋਮ ਰੋਮ ਦੇ ਵਿੱਚੋਂ ਜਿਹਨੂੰ ਗੁਰੂ ਜਪਣਾ ਆ ਜਾਏ, ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਹਦੇ ਅੰਦਰ ਪਿਆਰ ਪੈਦਾ ਹੋ ਜਾਏ, ਫਿਰ ਉਹ ਤੇ ਕਹਿੰਦਾ ਹੈ ਜੇ ਸੁੱਖ ਦੇ ਤਾਂ ਤੁਝੇ ਆਰਾਧੀ। ਜਿਹਦੇ ਅੰਦਰ ਪਿਆਰ ਆ ਜੋ ਕਹਿੰਦਾ ਫਿਰ ਦੁੱਖ ਵੀ ਤੁਝੇ ਤੇ ਆਈ। ਪਿਆਰ ਵਾਲਾ ਤੇ ਇੱਥੋਂ ਤੱਕ ਕਹਿੰਦਾ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਪਿਆਰ ਦਾ ਮਤਲਬ ਕੇਵਲ ਸੁੱਖ ਨਹੀਂ, ਕੇਵਲ ਸਵਾਰਥ ਨਹੀਂ। ਤੇ ਜੇ ਅੰਦਰ ਸਵਾਰਥ ਹੈ, ਬਾਬਾ ਫਰੀਦ ਜੀ ਨੇ ਇੱਕ ਪਾਵਨ ਬਚਨ ਕਿਹਾ ਹੈ, ਫਿਰ ਉਹ ਪਿਆਰ ਨਹੀਂ ਹੋ ਸਕਦਾ। ਫਰੀਦਾ ਲੱਭ ਤਾਂ ਨਿਹੂ ਕਿਆ, ਲੱਭ ਲਾਲਚ। ਵੀ ਜੇ ਲਾਲਚ ਹੈ ਫਿਰ ਕਿਵੇਂ ਦਾ ਪਿਆਰ ਹੈ। ਲੱਭ ਤਾਂ ਕੂੜਾ ਨੇ ਉਹ, ਜੇ ਅੰਦਰ ਕਿਸੇ ਵੀ ਤਰ੍ਹਾਂ ਦਾ ਲਾਲਚ ਰੱਖ ਕੇ ਨੇਹ ਕੀਤਾ ਜਾਣਾ, ਨੇਹ ਕਿਸੇ ਨਾਲ ਵੀ ਹੋਵੇ, ਮਾਂ ਪਿਓ ਨਾਲ ਹੋਵੇ, ਧੀ ਪੁੱਤਰ ਨਾਲ ਹੋਵੇ, ਕਿਸੇ ਨਾਲ ਵੀ ਹੋਵੇ। ਜੇ ਸਵਾਰਥ ਰੱਖ ਕੇ ਲਾਲਚ ਕਰਕੇ ਕਿਸੇ ਤਰ੍ਹਾਂ ਦਾ ਕੀਤਾ ਜਾਣਾ ਕਿ ਮੈਨੂੰ ਪਿਆਰ ਕਰਨਾ ਹੀ ਤਾਂ ਕਿ ਇਹ ਕੁਛ ਮਿਲੇ,
फिर कहते फिर किवें दा प्यार हो जी, फिर तो उवें दा जिवें एक छल टुटी है तो पानी तो बहुता समा बचा नहीं सकती, वो ने वो प्यार तो वो छल की तरह है, हुण भी टुटिया तो हुण भी टुटिया। फरीदा लभता नेहो क्या लभता कूड़ा नेहो, किचर झत लगाइए छप्पर टुटा नेहो। नहीं भाई इवें दा प्यार नहीं, इवें दा प्यार जिंदे विच स्वार्थ होवे, फिर गुरु साहब जी कहते हैं वो कर्म कांड बनता है, तो कर्म कांड ने तेरे जीवन को सवारना नहीं। पाप पुन जग जाया पाए बिनसै नाम विसारे, बस सारा संसार पाप पुन के चक्कर विच इस मनौत मौत दे विच जमदा मरदा है। यह माया जग मोहणे पाए कर्म सबै बेकारे। हुण सतगुरु जी कहते हैं ये माया जग नूं मोह लैण वाली है पाई, कर्म सबे विकारी किए हुए कर्म ही विकार बन जाते हैं जो माया के मोह विच पै के किए जाण। सास्त वेद बकै खड़ो पाए कर्म करो संसारी, सुन पंडित कर्माकारी। रहाओ की पंक्ति सतगुरु जी कहते हैं विद्वान सुन, सास्त वेद बकै खड़ो पाए। शास्त्र वेद का भाव है कि धार्मिक ग्रंथों को पढ़ पढ़ के उच्चा उच्चा बकना, खलो खलो के उच्चा उच्चा बोल के कहना है। शास्त्र वेद बकै खड़ो पाई कर्म करो संसारी, के संसार के लोगों ये कर्म करो, बस दूजिया नूं कहना कर्म करो। नितनेम करना चाहिए, सिर्फ दूसरों को विख्यान करके कह रहे हैं कि करो। अमृत वेले उठना चाहिए, दूसरे को कह रहे कि करो, आप भावें कदे ना किया हो, आप नहीं करना दूसरे को कहना। गुरु साहब जी कहते हैं हे वन्नत विद्वान, ये जड़ा बोल बोल के दूसरे को कहते हैं कर्म करो संसार, चेते गुरु साहब जी कहते जरूर रखी कि शास्त्र वेद बकै खड़ो पाए कर्म करो संसारे। पाखंड मैल न चुके पाए अंतर लोभ विकारे। भाई इवें दा पखंडी है जिहड़ा दूसरे को कहना आप नहीं करना, तो इस पखंड के नाल अंदर दे मैल नहीं चुकनी, अंदर दी मैल जानी नहीं। पखंड मैल न चुके पाए अंतर मैल विकारे, सगों अंदर विकारां दी मैल होर आवेगी। इन बिद डूबे माकुरे पाए उंडे सिर कै भारे। तो जे इवें दे कर्म करने ने दूजिया को कहना, फिर तेरी हालत उस मकड़ी वर्गी है। इन बिद डूबे माकुरी, माकरी कहते हैं मकड़ी, कि जेड़े अपने मूँह के नाल आप ही जाल बुनती है, आप उहदे विच फस जाती है। एक धार्मिक की हुई पढ़ाई पढ़े हुए ग्रंथ तेरे वास्ते तो मकड़ी के जाल वांगू बन गए, इन्हां दे विच उलझ के रह गया कि तुसी करो तुसी करो। और गुरु साहब ने अगे पावन वचन कहे ने, दुरमत घने विगुते पाए दूजे पाए खुवाई। दुरमत भैड़ी मत, क्योंकि जेड़ा कोई शराबी कबाबी है नशेड़ी है उन्होंने तो सौखे उदाहरण मिलते, देखो दुरमत विच भैड़ी मत च फसे। पर गुरु साहब जी कहते मत भी चंगी कोई नहीं, कि इन्हें धर्म के ग्रंथ पढ़ के जेड़ा आप कुछ नहीं किया, केवल दूजिया को समझाया है, ये भी भैड़ी मत ही दुरमति है। दुरमत घने विगुते पाए, ते क्यों जी कहते दूजे पाए विकारे। दूजे पाए खुवाई, भात अंदर दूजा ही है ना, कोई ना कोई अंदर लालच है। जे रुपये का नहीं पैसे का नहीं घटो घट तो लोग कहेंगे कि एडा विद्वान। बिन सतगुरु नाम न पाइए भाई, बिन नामै भरम न जाई। सतगुरु कहते हैं भाई गुरु तो बिना नाम नहीं मिलता, तो नाम तो बिना अंदर का ये भरम कदे जाना ही नहीं। सतगुर सेवे ता सुख पाए भाई, आवण जान रहाई। भाई सतगुरु सेवे, सतगुरु की सेवा। और कई बार बेनती कहते सतगुरु की सेवा नहीं, सतगुरु जी की दसी हुई सेवा, क्योंकि सेवा तो कमजोर की की जाती है। सतगुरु जी सब तो वड्डे ने, समर्थ ने। सतगुरु जी की दसी हुई सेवा करके भाई सुख मिलता है, उस सिमरन के राही सुख मिलता है। तो किन्ना को कहते आवण जान रहाई।
ਆਉਣਾ ਜਾਣਾ ਮੁੱਕ ਜਾਂਦਾ, 84 ਦਾ ਗੇੜ ਖਤਮ ਹੋ ਜਾਂਦਾ, ਜਨਮ ਮਰਨ ਕੱਟਿਆ ਜਾਂਦਾ ਹੈ। ਸਾਚ ਸਹਿਜ ਗੁਰ ਤੇ ਉਪਜੈ ਭਾਈ, ਮਨ ਨਿਰਮਲ ਸੱਚ ਸਮਾਈ। ਭਾਈ ਇਹ ਸਾਚ ਸਹਿਜ ਸਦਾ ਸਦੀਵੀ ਜਿਹੜਾ ਸਹਿਜ ਹੈ, ਸਦਾ ਟਿਕਿਆ ਰਹਿਣ ਵਾਲਾ, ਉਹ ਗੁਰੂ ਤੋਂ ਮਿਲਦਾ ਹੈ, ਗੁਰੂ ਤੋਂ ਉਪਜਦਾ ਹੈ। ਮਨ ਨਿਰਮਲ, ਤੇ ਜਦੋਂ ਇਹ ਸਹਿਜ ਅੰਦਰ ਟਿਕ ਜੇ ਮਨ ਨਿਰਮਲ ਹੁੰਦਾ ਹੈ, ਫਿਰ ਕਹਿੰਦੇ ਸਾਚ ਸਮਾਈ, ਉਹ ਸੱਚ ਸਦਾ ਦੇ ਅੰਦਰ ਸਮਾ ਜਾਂਦਾ ਹੈ। ਗੁਰ ਸੇਵੇ ਸੋ ਬੂਝੈ ਭਾਈ, ਗੁਰ ਬਿਨ ਮਗ ਨ ਪਾਈ। ਪਰ ਇਸ ਗੱਲ ਦੀ ਸਮਝ ਉਹਨੂੰ ਹੁੰਦੀ ਜਿਹਨੇ ਗੁਰੂ ਦਾ ਸਿਮਰਨ ਕੀਤਾ, ਗੁਰੂ ਦੀ ਦੱਸੀ ਹੋਈ ਸੇਵਾ ਕੀਤੀ। ਬੂਝੇ ਦਾ ਅਰਥ ਸਮਝੇ। ਗੁਰ ਸੇਵੇ ਸੋ ਬੂਝੈ ਭਾਈ, ਗੁਰ ਬਿਨ ਮਗ ਨ ਪਾਈ। ਮਗ ਦਾ ਅਰਥ ਰਸਤਾ, ਗੁਰੂ ਤੋਂ ਬਿਨਾਂ ਇਹ ਰਸਤਾ ਨਜ਼ਰ ਆਉਂਦਾ ਹੀ ਨਹੀਂ, ਦਿਸਦਾ ਹੀ ਨਹੀਂ। ਜਿਸ ਅੰਤਰ ਲੋਭ ਕੇ ਕਰਮ ਕਮਾਵਾ ਭਾਈ, ਕੂੜ ਬੋਲ ਬਿਖ ਖਾਈ। ਸਤਿਗੁਰ ਕਹਿੰਦੇ ਨੇ ਭਾਈ ਜਿਹਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਲੋਭ ਹੈ, ਤੇ ਲੋਭ ਵਾਲਾ ਕਵੇ ਮੇਰੇ ਅੰਦਰ ਪਿਆਰ ਵੀ ਹੈ, ਮੈਂ ਸਿੱਖ ਵੀ ਹਾਂ, ਮੈਂ ਸਭ ਤੋਂ ਵੱਡਾ ਸੰਤ ਵੀ ਹਾਂ, ਤੇ ਸਤਿਗੁਰ ਕਹਿੰਦੇ ਨੇ ਗੱਲ ਬਿਲਕੁਲ ਝੂਠ ਹੈ। ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ, ਉਹ ਕਿਹੜਾ ਕਰਮ ਕਰ ਸਕਦਾ? ਕਿਉਂ ਜੀ? ਕਹਿੰਦੇ ਕੂੜ ਬੋਲ ਬਿਖ ਖਾਈ, ਉਹ ਤੇ ਜ਼ਹਿਰ ਖਾਂਦਾ ਹੈ, ਝੂਠ ਬੋਲਦਾ ਹੈ। ਅੰਦਰ ਲਾਲਚ ਹੈ, ਅੰਦਰ ਲੋਭ ਹੈ, ਤੇ ਫਿਰ ਕਵੇ ਮੇਰੇ ਵਰਗਾ ਸੰਤ ਕੋਈ ਨਹੀਂ, ਭਗਤ ਕੋਈ ਨਹੀਂ, ਸਿੱਖ ਕੋਈ ਨਹੀਂ, ਮੇਰੇ ਵਰਗਾ ਧਰਮੀ ਕੋਈ ਨਹੀਂ, ਤੇ ਝੂਠ ਬੋਲਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਉਸ ਪੜ੍ਹੇ ਹੋਏ ਵਿਦਵਾਨ ਨੂੰ ਸਮਝਾਉਂਦੇ ਨੇ, ਪੰਡਤ ਦਹੀਂ ਵਲੋਈਐ ਭਾਈ, ਵਿੱਚੋਂ ਨਿਕਲੈ ਤਤ ਪਾਈ। ਦਹੀਂ ਨੂੰ ਰਿੜਕੀਏ, ਵਿੱਚੋਂ ਤੱਥ ਨਿਕਲਦਾ, ਵਿੱਚੋਂ ਮੱਖਣ ਨਿਕਲਦਾ ਹੈ। ਪਰ ਜਲ ਮਥਿਐ ਜਲ ਦੇਖੀਐ ਭਾਈ, ਇਹ ਜਗ ਇਹ ਹਾਵਤ। ਪਾਣੀ 'ਚ ਕੋਈ ਮਧਾਣੀ ਪਾ ਲਵੇ, ਉਹ ਪਾਣੀ ਦੇ ਵਿੱਚੋਂ ਕੁਝ ਨਹੀਂ ਨਿਕਲਣਾ, ਪਾਣੀ ਹੀ ਰਹਿਣਾ ਹੈ। ਇਹ ਸੰਸਾਰ ਇਸੇ ਤਰ੍ਹਾਂ ਦਾ, ਜਿਹੜਾ ਵਹਿਮਾਂ ਭਰਮਾਂ ਦਾ ਪਾਣੀ ਰਿੜਕ ਰਿਹਾ ਹੈ, ਪਾਣੀ 'ਚ ਮਧਾਣੀ ਪਾਈ ਹੈ। ਬਿਨ ਗੁਰ ਭਰਮ ਵਗੁਚੀਐ ਭਾਈ, ਘਟ ਘਟ ਇਹੋ ਅਲਖ। ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਗੁਰੂ ਤੋਂ ਬਿਨਾਂ ਇਸ ਤਰ੍ਹਾਂ ਭਰਮ ਵਿੱਚ ਪੈ ਕੇ ਖੁਆਰ ਹੋਈਦਾ ਹੈ। ਉਹ ਘਟ ਘਟ ਵਿੱਚ ਸਮਾਇਆ ਹੋਇਆ, ਕਿਤੇ ਬਾਹਰ ਨਹੀਂ। ਜੇ ਮਧਾਣੀ ਪਾਉਣੀ ਹੈ ਤੇ ਫਿਰ ਆਪਣੇ ਅੰਦਰ ਪਾ, ਅੰਦਰੋਂ ਰਿੜਕ, ਅੰਦਰੋਂ ਲੱਭ। ਇਹ ਜਗ ਤਾਗੋ ਸੂਤ ਕੋ ਭਾਏ, ਦਹਿ ਦਿਸ ਬੰਧੋ ਮਾਏ। ਪਰ ਸੰਸਾਰ ਇੱਕ ਸੂਤ ਦੀ ਤਰ੍ਹਾਂ, ਧਾਗੇ ਦੀ ਤਰ੍ਹਾਂ, ਤੇ ਧਾਗਾ ਵੀ ਉਹ ਜਿਹੜਾ ਚਾਰੇ ਪਾਸੇ ਨਹੀਂ, 10 ਦਿਸ਼ਾਵਾਂ ਪਾਸੇ ਲਪੇਟਿਆ ਹੋਇਆ ਹੈ, ਉਲਝਿਆ ਹੋਇਆ ਹੈ। ਇਹ ਜਗ ਤਾਗੋ ਸੂਤ ਕੋ ਭਾਏ, ਦਹਿ ਦਿਸ ਬੰਧੋ ਮਾਏ। ਬਿਨ ਗੁਰ ਗਾਠ ਨ ਛੁੱਟੇ ਭਾਏ, ਥਾਕੇ ਕਰਮ ਕਮਾਏ। ਤੇ ਉਲਝਿਆ ਹੋਇਆ ਸੂਤ, ਇਹ ਜਿਨ੍ਹਾਂ ਨੇ ਕਦੇ ਸੂਤ ਕੱਤਿਆ ਹੈ ਜਾਂ ਕਦੇ ਦੇਖਿਆ ਉਹ ਜਾਣਦੇ ਨੇ, ਉਹਦੀਆਂ ਗੰਢਾਂ ਫਿਰ ਖੁੱਲ੍ਹਦੀ ਨਹੀਂ। ਔਰ ਸਤਿਗੁਰੂ ਜੀ ਕਹਿੰਦੇ ਨੇ ਭਰਮ ਦੇ ਵਿੱਚ ਉਲਝੇ ਹੋਏ ਗੁਰੂ ਤੋਂ ਬਿਨਾਂ ਇਹ ਗੰਢਾਂ ਨਹੀਂ ਖੁੱਲ੍ਹਣੀਆਂ। ਥਾਕੇ ਕਰਮ ਕਵਾਏ, ਬਸ ਧਰਮ ਦੇ ਨਾਂ ਤੇ ਕਰਮ ਕਰਮ ਕਰ ਕਰਕੇ, ਕਰਮ ਕਰ ਕਰਕੇ ਥੱਕ ਕੇ ਦੁਨੀਆ ਤੋਂ ਚਲੇ ਗਏ। ਇਸ ਜਗ ਇਹ ਜਗ ਭਰਮ ਭੁਲਾਇਆ ਭਾਏ, ਕਹਿਣਾ ਕਿਛੂ ਨਾ ਜਾਏ। ਔਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦਇਆ ਦੇ ਘਰ ਵਿੱਚ ਆ ਕੇ ਤਰਸ ਵੀ ਕਰਦੇ ਨੇ, ਭਾਈ ਸੰਸਾਰ ਭੁੱਲੇ ਪਿਆ ਭਰਮ ਦੇ ਵਿੱਚ। ਫਿਰ ਇਸ ਸੰਸਾਰ ਨੂੰ ਕਿਹਾ ਵੀ ਕੀ ਜਾ ਸਕਦਾ, ਕੀ ਸਮਝਾਈਏ। ਗੁਰ ਮਿਲਿਆ ਭਉ ਮਨ ਵਸੈ ਭਾਏ, ਪੈ ਮਰਨਾ ਸੱਚ ਲੇਖ। ਗੁਰ ਮਿਲਿਆ ਭਉ ਮਨ ਵਸੈ, ਗੁਰੂ ਮਿਲੇ ਤੇ ਅੰਦਰ ਨਿਰਮਲ ਪੈ ਵਸਦਾ ਹੈ। ਅੰਦਰ ਨਿਰਮਲ ਪੈ ਜਦੋਂ ਵਸ ਜੇ, ਪੈ ਮਰਨਾ ਸੱਚ ਲੇਖ। ਉਦੋਂ ਇਹਨਾਂ ਵਹਿਮਾਂ ਭਰਮਾਂ ਵੱਲੋਂ ਮਰ ਕੇ ਮੱਥੇ ਉੱਤੇ ਸੱਚੇ ਲੇਖ ਲਿਖੇ ਜਾ ਸਕਦੇ ਨੇ। ਮੱਜਣ ਦਾਨ ਚੰਗਿਆਈਆਂ ਭਾਈ, ਦਰਗਾਹ ਨਾਮ ਵਸੇਖ। ਮੱਜਣ ਇਸ਼ਨਾਨ, ਦਾਨ, ਚੰਗਿਆਈਆਂ, ਇਹ ਸਾਰਾ ਕੁਝ ਭਾਵੇਂ ਮਾੜਾ ਨਹੀਂ, ਪਰ ਸਤਿਗੁਰੂ ਜੀ ਕਹਿੰਦੇ ਨੇ ਦਰਗਾਹ ਨਾਮ ਵਿਸ਼ੇਖ। ਭਾਈ ਰੱਬ ਦੇ ਦਰਗਾਹ ਦੇ ਵਿੱਚ ਜੇ ਕੁਝ ਕਬੂਲ ਹੋਣਾ ਤੋਂ ਜਪਿਆ ਹੋਇਆ ਨਾਮ। ਜੈਨ ਦੇ ਅਰਥ ਇਹ ਵੀ ਕੀਤੇ ਜਾਂਦੇ ਨੇ ਕਿ ਨਾਮ ਹੀ ਇਸ਼ਨਾਨ ਹੈ, ਨਾਮ ਹੀ ਦਾਨ ਹੈ, ਨਾਮ ਹੀ ਚੰਗਿਆਈਆਂ ਨੇ, ਇਹਨਾਂ ਤੋਂ ਉੱਤੇ ਹੋਰ ਕੁਝ ਨਹੀਂ। ਗੁਰ ਅੰਕਸ ਜਿਨ ਨਾਮ ਦ੍ਰਿੜਾਇਆ ਭਾਈ, ਮਨ ਵਸਿਆ ਚੂਕਾ ਭੇਖ। ਗੁਰ ਅੰਕੁਸ਼, ਅੰਕੁਸ਼ ਕਹਿੰਦੇ ਨੇ ਕੁੰਡਾ ਜਿਵੇਂ ਹਾਥੀ ਦੇ ਸਿਰ ਤੇ ਹੈ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰ ਅੰਕਸ, ਭਾਈ ਗੁਰੂ ਦਾ ਸ਼ਬਦ ਦਾ ਜਿਨ੍ਹਾਂ ਨੇ ਅੰਕੁਸ਼ ਕੁੰਡਾ ਬਣਾ ਲਿਆ,
जिन्हें भी बनाया उन्होंने अंदर नाम दृढ़ हो गया। नाम जदों अंदर दृढ़ होया, मन वसिया चुका पेख, मन विच वो वस गया तो बाहर का पहरावा पेख भरम ये दूर हो गया। यह तन हाट सराप को पाए, वखर नाम अपार। फिर सतगुरु कहते हैं भाई ये तन हाट सराप को पाई, एक व्यापार की हट्टी है, सुनहरे की वो हट है जिथे बह के तू व्यापार करना है। पर देखो दुकाना ते व्यापार किया जाता, उत्थे रिया नहीं जाता। व्यापार करके उतों घर बनाए जा सकते हैं। सतगुरु जी कहते हैं तन भी एक व्यापार करने वाली हट्टी है भाई, तू तो इहदे रह नहीं लग गया, इनू ही अपना समझ लिया। यह तन हाट शराब को पाए, वखर नाम अपार। ते इहदे विच वखर सौदा व्यापार किहड़ा है नाम का। यह वखर व्यापारे सो दृढ़ भाए, गुर शब्द करे विचार। ये वखर व्यापारी सतगुरु कहते हैं इस वखर दे इस वणज का व्यापार वो ही पक्का कर सकता है कि जिहड़ा गुर शब्द करे विचार, गुरु के शब्द के विचार करे, गुरु के शब्द के राही विचार करके व्यापार करे। तो जिन्हों ने व्यापार किया अखीर तो सतगुरु कहते हैं धन व्यापारी नानका भाई, मेल करे व्यापार। वो व्यापारी जिन्होंने ये व्यापार किया, नाम नूं जपिया वहाजिया, वो वड्डे भागा वाले ने, तंतां दे योग ने, उन्होंने गुरु ने परमेश्वर ने आप अपने इस व्यापार दे विच मिलाया है। हुई फुलों की खिमा। आओ एक 2 मिनट होर रसना दे नाल हाजिरी लवाइए, फिर समाप्ति है। वाहे गुरु